सतनाम श्री वाहिगुरु साहिब जीओ। जेता समुंद सागर नीर भरिया, तेते अवगण हमारे। दया करो किछ मेरो पावहु, डुबदे पत्थर तारे। जियड़ा गना बराबर तपै, भीतर वगै घाती। प्रणवते नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। जुगो जुग अटल चवर शद्र तख दे मालक, दसां पातशाहियां जी दी जोत हाजर नाजर। श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठे गुरु प्यारे। गुरु सवारी गुरु की साजी साज के निवाजी। गुरु का खास रूप खालसा साध संगत जी आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और सवासां नूं सफला करिए, सतगुरां दीयां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी सतगुरु जी ने बख्शिश की भाई विधि चंद जी दे उत्ते लाहौर तो शाहजहां दे दो घोड़े आ, दिलबाग ते गुलबाग। उन्हां दो घोड़ियां नूं लाहौर तो लियाउण दी सेवा बख्शी है सतगुरु जी ने भाई विधि चंद नूं। ते हुण भाई विधि चंद जी लाहौर दे विच गए हुए ने। काफी लंबा समा बतीत होया। दिन दे वेले कहंदे शाहजहां दे सन्मुख नजदीकी वधा के वो काम काज करते ने, बड़े नजदीक हो चुके ने दिलबाग ते गुलबाग दोनों घोड़ियां दे। ते उधरों शाहजहां दे एहलकार जिन्ने भी सिपाही ने फौज ने उन्हां दे नजदीक हो चुके ने। मेन इन्हां सिपाहियां दा फौजां दा जो मेन दरोगा सोंदे खान, उहदे नाल भी भाई विधि चंद दी बड़ी नजदीकी वध चुकी है। उन्हां ने भाई विधि चंद दे काम काज नूं देखिया, प्यार नूं देखिया, बरताव नूं देखिया ते भाई विधि चंद नूं पक्के तौर ते नौकर रखण दी विचार बना लई है। उस वेले भाई विधि चंद बड़े प्यार दे नाल बड़े सत्कार दे नाल काम काज करदे ने। दसां नौकरां दा कल्ले ही काम काज करदे रहिंदे ने। बाकी जिहड़े नौकर ने उन्हां नूं आराम प्राप्त हो गया। बड़े अपने आप नूं आराम फरमाउण लगे कि भाई ये जिहड़ा नौकर है बहुत वधिया चंगा है।
ਸੌਂਦੇ ਖਾਨ ਨੇ ਵਿਚਾਰ ਬਣਾਈ ਕਿ ਇਹਨਾਂ ਨੂੰ ਪੱਕੇ ਤੌਰ ਤੇ ਇੱਥੇ ਨੌਕਰੀ ਤੇ ਰੱਖ ਲੈਨੇ, ਵਧੀਆ ਕੰਮ ਕਾਜ ਕਰਦੇ, ਘੋੜਿਆਂ ਦੀ ਦੇਖ ਰੇਖ ਕਰਦੇ ਆ। ਇੱਕ ਦਿਨ ਕਹਿੰਦੇ ਸੌਂਦੇ ਖਾਨ ਨੇ ਪੁੱਛ ਲਿਆ ਕਿ ਭਾਈ ਤੇਰਾ ਨਾਂ ਕੀ ਹੈ, ਦੱਸ, ਤੂੰ ਬਹੁਤ ਵਧੀਆ ਕੰਮ ਕਾਜ ਕਰਦਾ, ਮਨ ਲਾ ਕੇ ਚਿਤ ਲਾ ਕੇ ਕੰਮ ਕਰਦਾ, ਤੇਰਾ ਨਾਮ ਕੀ ਹੈ? ਉਸ ਵੇਲੇ ਭਾਈ ਵਿਧੀ ਚੰਦ ਨੇ ਆਪਣਾ ਨਾਮ ਕੇਸਰਾ ਕਰਕੇ ਵਰਣਨ ਕੀਤਾ। ਕਹਿੰਦੇ ਜੀ ਮੇਰਾ ਨਾਮ ਕੇਸਰਾ। ਤੇ ਭਾਈ ਵਿਧੀ ਚੰਦ ਦਾ ਇਹ ਫਰਜ਼ੀਆ ਨਾਮ ਸੁਣ ਕੇ ਸੌਂਦੇ ਖਾਂ ਬੜਾ ਖੁਸ਼ ਹੋਇਆ। ਕੇਸਰਾ ਨਾਮ ਹੈ। ਤੇ ਉਸ ਵੇਲੇ ਸੌਂਦੇ ਖਾਂ ਕਹਿਣ ਲੱਗਾ, ਕਹਿੰਦੇ ਤੂੰ ਬਹੁਤ ਵਧੀਆ ਕੰਮ ਕਾਜ ਕਰਦਾ, 10 ਬੰਦਿਆਂ ਦਾ ਇਕੱਲੇ ਹੀ ਕੰਮ ਕਰਦਾ ਰਹਿਣਾ ਏ, ਜੇ ਤੈਨੂੰ ਅਸੀਂ ਇਹ ਰਾਜ ਭਾਗ ਦੇ ਵਿੱਚ ਪੱਕੇ ਤੌਰ ਤੇ ਨੌਕਰ ਰੱਖ ਲਈ ਤੇ ਕਿੰਨੀ ਵਧੀਆ ਗੱਲ ਹੋਵੇਗੀ, ਕਿੱਡਾ ਵਧੀਆ ਕੰਮ ਕਾਜ ਹੋਵੇਗਾ। ਤੇ ਭਾਈ ਵਿਧੀ ਚੰਦ ਨੇ ਮਨ ਹੀ ਮਨ ਸਤਿਗੁਰ ਦਾ ਸ਼ੁਕਰਾਨਾ ਕੀਤਾ, ਕਹਿਣ ਲੱਗਾ, ਸਤਿਗੁਰ ਜੀ ਆਪ ਜੀ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਰਹਿਮਤ ਕਰ ਦਿੱਤੀ। ਕਹਿੰਦੇ ਆ ਨਜ਼ਦੀਕੀਆਂ ਆਪਣੇ ਆਪ ਬਣਦੀਆਂ ਜਾ ਰਹੀਆਂ ਨੇ। ਇਸ ਕਾਰਜ ਦੇ ਵਿੱਚ ਆਪ ਜੀ ਸੰਪੰਨ ਬਖਸ਼ਿਸ਼ ਰਹਿਮਤ ਕਰਦੇ ਜਾ ਰਹੇ ਹੋ, ਆਪਣੇ ਆਪ ਨਜ਼ਦੀਕੀਆਂ ਬਣਦੀਆਂ ਜਾ ਰਹੀਆਂ ਨੇ। ਉਹ ਆਪਣੇ ਆਪ ਉਦਾਂ ਦੇ ਬਹਾਨੇ, ਉਦਾਂ ਦੇ ਮੇਲ, ਉਦਾਂ ਦੇ ਸਮੇਲ ਬਣਦੇ ਜਾ ਰਹੇ ਨੇ ਕਿ ਆਪ ਜੀ ਦੀ ਸੇਵਾ ਦੇ ਵਿੱਚ ਕੋਈ ਮੁਸ਼ਕਲ ਪ੍ਰਾਪਤ ਨਹੀਂ ਹੋਵੇਗੀ। ਤੇ ਸੌਂਦੇ ਖਾਨ ਨੇ ਜਦੋਂ ਕੇਸਰੇ ਭਾਈ ਵਿਧੀ ਚੰਦ ਨੂੰ ਕਿਹਾ ਕਿ ਤੂੰ ਹੁਣ ਨੌਕਰ ਪੱਕਾ ਹੀ ਰਹਿ, ਬੜਾ ਖੁਸ਼ ਹੋਇਆ। ਉਹਨੂੰ ਪੁੱਛਿਆ ਕਿੰਨੀ ਮਜ਼ਦੂਰੀ ਲਿਆ ਕਰੇਗਾ? ਭਾਈ ਵਿਧੀ ਚੰਦ ਕੇਸਰਾ ਕਹਿਣ ਲੱਗਾ, ਜੀ ਜਿੰਨੀ ਮਜ਼ਦੂਰੀ ਦੇ ਦੋਗੇ ਮੈਂ ਪ੍ਰਵਾਨ ਕਰ ਲਵਾਂਗਾ, ਸਿਰ ਮੱਥੇ ਮੰਨਾਂਗਾ। ਪੱਕੇ ਤੌਰ ਤੇ ਇਹਨੂੰ ਨੌਕਰ ਰੱਖ ਲਿਆ। ਹੁਣ ਭਾਈ ਵਿਧੀ ਚੰਦ ਜੀ ਬਹੁਤ ਵਧੀਆ ਮਨ ਲਾ ਕੇ ਸਤਿਗੁਰਾਂ ਦੇ ਘੋੜੇ ਜਾਣ ਕੇ ਉਹਨਾਂ ਦੀ ਸੇਵਾ ਕਰਦਾ, ਘੋੜਿਆਂ ਨੂੰ ਨਮਾਉਂਦਾ ਧਵਾਉਂਦਾ ਏ। ਪੂਰਨ ਤੌਰ ਤੇ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਕਹਿੰਦੇ ਘੋੜਿਆਂ ਦੇ ਨਜ਼ਦੀਕ ਰਹਿ ਕੇ ਭਾਈ ਵਿਧੀ ਚੰਦ ਜੀ ਬਤੀਤ ਕਰਦੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਇੰਨੀ ਸੇਵਾ ਕਰਨ ਲੱਗ ਪਿਆ ਘੋੜਿਆਂ ਦੀ, ਦਿਨ ਰਾਤ ਘੋੜਿਆਂ ਦੇ ਉੱਤੇ ਕਦੇ ਹੱਥ ਫੇਰਿਆ ਕਰੇ, ਖਰਖਰਾ ਕਰਿਆ ਕਰੇ, ਨਵਾਇਆ ਕਰੇ, ਉਹਨਾਂ ਨੂੰ ਧਵਾਇਆ ਕਰੇ। ਪੂਰਨ ਤੌਰ ਤੇ ਘੋੜੇ ਵੀ ਭਾਈ ਵਿਧੀ ਚੰਦ ਦੇ ਨਾਲ ਪਿਆਰ ਕਰਨ ਲੱਗ ਪਏ ਨੇ। ਜਾਣ ਪਛਾਣ ਬਣ ਗਈ ਆਪਸ ਦੇ ਵਿੱਚ ਦੋਨਾਂ ਦੀ, ਘੋੜਿਆਂ ਦੀ ਤੇ ਵਿਧੀ ਚੰਦ ਦੀ। ਹੁਣ ਉਸ ਵੇਲੇ ਗੁਰੂ ਪਿਆਰਿਓ ਭਾਈ ਵਿਧੀ ਚੰਦ ਇਦਾਂ ਕਰਕੇ ਸੇਵਾ ਕਰਦੇ, ਪੱਠਾ ਡੱਕਾ ਜੋ ਪਾਣੀ ਧਾਣੀ ਭਾਈ ਵਿਧੀ ਚੰਦ ਜੀ ਸਭ ਕਾਜ ਕਰਦੇ ਨੇ ਅੱਗੇ ਹੋ ਕੇ। ਤੇ ਜਿਹੜੇ ਨੌਕਰ ਘੋੜਿਆਂ ਦੀ ਸੇਵਾ ਤੇ ਰੱਖੇ ਸਨ ਉਹਨਾਂ ਨੂੰ ਆਰਾਮ ਹੋ ਗਿਆ, ਭਾਵ ਉਹ ਘੋੜਿਆਂ ਦੀ ਸੇਵਾ ਤੋਂ ਹਟ ਗਏ ਨੇ, ਵਿਹਲੇ ਬੈਠੇ ਰਹਿੰਦੇ। ਭਾਈ ਵਿਧੀ ਚੰਦ ਵੱਲ ਵੇਖਦੇ ਨੇ, ਸਗੋਂ ਭਾਈ ਵਿਧੀ ਚੰਦ ਦਾ ਮਖੌਲ ਉਡਾਉਂਦੇ, ਕਹਿੰਦੇ ਸਿੱਧਾ ਜਿਹਾ ਮਨੁੱਖ ਹੈ, ਝੱਲਾ ਜਿਹਾ ਮਨੁੱਖ ਹੈ, ਇਹਨੂੰ ਕੁਝ ਪਤਾ ਨਹੀਂ, ਆਪ ਹੀ ਕੰਮ ਦੇ ਵਿੱਚ ਜੁਟਿਆ ਰਹਿੰਦਾ, ਆਪਣੇ ਨਹਾਉਣ ਧੋਣ ਦੀ ਵੀ ਖਬਰ ਨਹੀਂ ਰੱਖਦਾ, ਬਸ ਘੋੜਿਆਂ ਦੀ ਸੇਵਾ ਦੇ ਵਿੱਚ ਮਸਤ ਰਹਿੰਦਾ। ਛਾਹ ਜਾਨ ਦੇ ਘੋੜਿਆਂ ਨੂੰ ਸੱਚੇ ਪਾਤਸ਼ਾਹ ਦੇ ਘੋੜੇ ਕਹਿ ਕੇ ਉਚਾਰਨ ਕਰਦਾ, ਪਰ ਇਹਨੂੰ ਇਹ ਨਹੀਂ ਪਤਾ ਇਹ ਝੱਲਾ ਏ, ਕਮਲਾ, ਬਸ ਇਦਾਂ ਕਰਕੇ ਸੇਵਾ ਦੇ ਵਿੱਚ ਜੁਟਿਆ ਰਹਿੰਦਾ ਏ। ਉਹ ਛਾਹ ਜਾਨ ਦੇ ਨੌਕਰ ਇਦਾਂ ਕਰਕੇ ਭਾਈ ਵਿਧੀ ਚੰਦ ਦਾ ਮਖੌਲ ਉਡਾਉਂਦੇ ਨੇ, ਉਹਦੇ ਨਾਲ ਮਜ਼ਾਕ ਕਰਦੇ ਨੇ, ਉਹਦੇ ਨਾਲ ਇਦਾਂ ਦੀ ਵਿਚਾਰ ਰੱਖਦੇ ਨੇ। ਕਾਫੀ ਹੱਦ ਤੱਕ ਭਾਈ ਵਿਧੀ ਚੰਦ ਨੇ ਉਹਨਾਂ ਦਾ ਹੌਸਲਾ, ਉਹਨਾਂ ਦਾ ਯਕੀਨ, ਭਰੋਸਾ, ਵਿਸ਼ਵਾਸ ਜਿੱਤ ਲੈਣਾ ਕੀਤਾ। ਤੇ ਸੌਂਦੇ ਖਾਂ ਦਰੋਗੇ ਨੂੰ ਭਾਈ ਵਿਧੀ ਚੰਦ ਨੇ ਵੀ ਬੇਨਤੀ ਕੀਤੀ, ਕਹਿੰਦੇ ਜੀ ਹੁਣ ਮੈਂ ਪੱਕੇ ਤੌਰ ਤੇ ਨੌਕਰ ਦੇ ਰਹਿ ਪਿਆ, ਤੁਸੀਂ ਕਿਰਪਾ ਕਰੋ, ਆ ਜਿਹੜੇ ਅਹਿਲਕਾਰ ਹੈ ਤੁਹਾਡੇ
ਜਿਹੜੇ ਮੇਨ ਦਵਾਰ ਜੀ ਖੜੇ ਰਹਿੰਦੇ ਦਵਾਰ ਅੱਗੇ, ਸੰਤਰੀ ਮੰਤਰੀ ਜਿੰਨੇ ਵੀ ਤੁਹਾਡੇ ਫੌਜਦਾਰ ਨੇ, ਉਹਨਾਂ ਸਾਰਿਆਂ ਨੂੰ ਕਹਿ ਦੋ ਕਿ ਭਾਈ ਕੇਸਰਾ ਜਦੋਂ ਵੀ ਆਵੇ, ਕਿਸੇ ਨੇ ਕੋਈ ਰੋਕ ਟੋਕ ਨਹੀਂ ਕਰਨੀ, ਕਿਉਂਕਿ ਹੁਣ ਮੈਂ ਇਸ ਮਹਿਲ ਦਾ ਕਰਮਚਾਰੀ ਬਣ ਚੁੱਕਿਆ। ਮੈਨੂੰ ਕੋਈ ਰੋਕੇ ਟੋਕੇ ਨਾ, ਕਿਉਂਕਿ ਘੋੜਿਆਂ ਦੀ ਸੇਵਾ ਕਰਨਾ ਮੇਰੇ ਮਨ ਦੀ ਇਹ ਵਿਚਾਰ ਹੈ, ਮੇਰੇ ਮਨ ਦੀ ਇੱਛਾ ਹੈ ਕਿ ਮੈਂ ਘੋੜਿਆਂ ਦੀ ਸੇਵਾ ਤਨ ਮਨ ਦੇ ਨਾਲ ਕਰਾਂ। ਜ਼ਿਆਦਾ ਤੋਂ ਜ਼ਿਆਦਾ ਸਮਾਂ ਮੈਂ ਬਤੀਤ ਕਰਨਾ ਚਾਹੁੰਦਾ ਘੋੜਿਆਂ ਦੀ ਸੇਵਾ ਦੇ ਵਿੱਚ। ਤੁਸੀਂ ਇਹਨਾਂ ਨੂੰ ਕਹਿ ਦਿਓ ਮੈਨੂੰ ਰੋਕਣ ਨਾ। ਹੁਣ ਉਸ ਵੇਲੇ ਭਾਈ ਵਿਧੀ ਚੰਦ ਜੀ ਜਾਂਦੇ ਨੇ ਘਾਹ ਖੋਤਣ ਵਾਸਤੇ, ਵਧੀਆ ਨਰਮ ਨਰਮ ਵੱਡੀ ਪੰਡ ਬਣਾ ਕੇ, ਵਿੱਚ ਉਸ ਪੰਡ ਦੇ ਵਿੱਚ ਇੱਕ ਭਾਰੀ ਪੱਥਰ ਚੁੱਕ ਕੇ ਲੈ ਕੇ ਆਉਂਦੇ ਰੋਜ਼ਾਨਾ, ਉਹਨਾਂ ਅਹਿਲਕਾਰਾਂ ਤੋਂ ਚੋਰੀ। ਉਸ ਵੇਲੇ ਭਾਈ ਵਿਧੀ ਚੰਦ ਨੇ ਵਿਚਾਰ ਕੀਤੀ, ਕਹਿੰਦੇ ਜਦੋਂ ਘੋੜਾ ਲੈ ਕੇ ਗਿਆ ਮੇਨ ਦਰਵਾਜ਼ੇ ਵਿੱਚ ਦੀ ਤਾਂ ਗਿਆ, ਕਹਿੰਦੇ ਇਹਨਾਂ ਨੇ ਪਕੜ ਲੈਣਾ, ਫੜ ਲੈਣਾ। ਉਸ ਵੇਲੇ ਕੋਲ ਉਸ ਵੱਡੇ ਕਿਲੇ ਦੇ ਕਹਿੰਦੇ ਰਾਵੀ ਦਰਿਆ ਜਿਹੜਾ ਸੀ ਨਾ, ਰਾਵੀ ਨਦੀ ਵਗਦੀ ਸੀ, ਡੂੰਘੀ ਬਹੁਤ ਸੀ, ਪਾਣੀ ਬਹੁਤ ਸੀ ਉਹਦੇ ਵਿੱਚ, ਰਾਵੀ ਨਦੀ ਦੇ ਵਿੱਚ। ਉਹ ਰੋਜ਼ਾਨਾ ਜਾਇਆ ਕਰੇ ਘਾਹ ਖੋਤਣ ਵਾਸਤੇ, ਤੇ ਇੱਕ ਪੱਥਰ ਵੱਡਾ ਉਹ ਘਾਹ ਦੇ ਵਿੱਚ ਲੁਕਾ ਕੇ ਨਾਲ ਲੈ ਕੇ ਆਇਆ ਕਰੇ ਵਿਧੀ ਚੰਦ ਜੀ। ਤੇ ਇੱਕ ਦਿਨ ਕੀ ਕੀਤਾ, ਕਹਿੰਦੇ ਉਹ ਪੱਥਰ ਜਿਹੜਾ ਵੱਡਾ ਸੀ ਚੁੱਕ ਕੇ ਉਹਨੇ ਰਾਤ ਟਿਕੀ ਦੇ ਅੱਧੀ ਰਾਤ ਦੇ ਵਿਖੇ ਉਹ ਪਾਣੀ ਵਿੱਚ ਕਿਲੇ ਦੇ ਉੱਤੋਂ ਦੀ ਸੁੱਟ ਦਿੱਤਾ। ਕਹਿੰਦੇ ਇਸ ਡੂੰਘੇ ਪਾਣੀ ਵਿੱਚ ਜਦੋਂ ਮੈਂ ਘੋੜਾ ਭਜਾ ਕੇ ਕੁਦਾਉਣ ਲੱਗਿਆ ਤੇ ਥੱਲੇ ਜਾ ਕੇ ਘੋੜਾ ਆਪਣੇ ਆਪ ਨੂੰ ਸੰਭਲ ਜਾ ਸਕੇ, ਹੋਰ ਨਾ ਕਿਤੇ ਘੋੜੇ ਨੂੰ ਮੈਂ ਕੁਦਾ ਦੇਵਾਂ, ਕੰਧ ਟਪਾ ਦੇਵਾਂ ਉੱਤੋਂ ਦੀ ਨਦੀ ਦਰਿਆ ਦੇ ਵਿੱਚ ਕੁਦਾ ਦੇਵਾਂ ਤੇ ਘੋੜਾ ਆਪਣੇ ਆਪ ਨੂੰ ਸੰਭਾਲ ਨਾ ਸਕੇ, ਇਹ ਨਾ ਹੋਵੇ। ਜੇ ਮੇਨ ਦਰਵਾਜ਼ੇ ਵਿੱਚ ਦੀ ਗਿਆ ਲੈ ਕੇ ਇਹਨਾਂ ਨੇ ਲਿਜਾਣ ਨਹੀਂ ਦੇਣਾ, ਪਕੜ ਲੈਣਾ, ਮਾਰ ਦੇਣਗੇ, ਸਜ਼ਾ ਦੇਣਗੇ। ਮੈਂ ਇਹ ਵਿਚਾਰ ਬਣਾਉਣਾ ਕਿ ਘੋੜੇ ਨੂੰ ਕਿਲੇ ਦੀ ਕੰਧ ਟਪਾ ਕੇ ਰਾਵੀ ਦਰਿਆ ਦੇ ਵਿੱਚ ਛਾਲ ਮਰਵਾ ਕੇ ਉਪਰੰਤ ਪਾਣੀ ਚੋਂ ਬਾਹਰ ਨਿਕਲ ਕੇ ਸਤਿਗੁਰਾਂ ਵੱਲ ਚਲਾ ਜਾਵਾਂਗਾ, ਘੋੜੇ ਨੂੰ ਲੈ ਕੇ ਜਿੱਥੇ ਸਤਿਗੁਰ ਜੀ ਭਾਈ ਰੂਪੇ ਨਗਰ ਵਿਖੇ ਵਿਰਾਜਮਾਨ ਹੈ। ਉਸ ਵੇਲੇ ਵਿਚਾਰ ਕੀਤੀ, ਏਦਾਂ ਭਾਈ ਵਿਧੀ ਚੰਦ ਨੇ ਵਿਉਂਤ ਬਣਾਈ, ਨਾਲ ਦੀ ਨਾਲ ਘੋੜਿਆਂ ਦੀ ਸੇਵਾ ਕਰਦਾ, ਖਰਖਰਾ ਕਰਦਾ, ਘੋੜਿਆਂ ਨੂੰ ਨਵਾਉਂਦਾ ਧਵਾਉਂਦਾ, ਪੱਠੇ ਡੱਕੇ ਜੋ ਵੀ ਕੰਮ ਕਾਜ ਕਰਦਾ, ਨਾਲ ਇਹ ਵਿਉਂਤ ਬਣਾਉਂਦਾ ਕਿ ਘੋੜੇ ਨੂੰ ਕਿਵੇਂ ਲੈ ਕੇ ਜਾਵਾਂ। ਆਖਰਕਾਰ ਵਿਚਾਰ ਹੋਈ ਕਿ ਘੋੜੇ ਨੂੰ ਕਿਲੇ ਦੀ ਕੰਧ ਟਪਾ ਕੇ ਦੂਜੇ ਪਾਸੇ ਰਾਵੀ ਦਰਿਆ ਵਿੱਚ ਛਾਲ ਮਰਵਾ ਕੇ ਘੋੜੇ ਨੂੰ ਪਾਣੀ ਚੋਂ ਬਾਹਰ ਕੱਢ ਕੇ ਸਤਿਗੁਰ ਦੇ ਵੱਲ ਲੈ ਜਾਵਾਂਗਾ। ਤੇ ਉਹ ਪਾਣੀ ਦੀ ਜਿਹੜੀ ਡੂੰਘਾਈ ਹੈ ਉਹ ਘੱਟ ਕਰਨ ਵਾਸਤੇ ਰੋਜ਼ਾਨਾ ਪੱਥਰ ਇੱਕ ਪਾਉਸ ਪੱਠਿਆਂ ਦੇ ਵਿੱਚ ਘਾਹ ਦੇ ਵਿੱਚ ਲੁਕਾ ਕੇ ਲਿਆਉਂਦਾ, ਪਾਣੀ ਵਿੱਚ ਸੁੱਟ ਦਿੰਦਾ। ਤੇ ਜਦੋਂ ਪਾਣੀ ਵਿੱਚ ਪੱਥਰ ਸੁੱਟਦਾ, ਰਾਤ ਟਿਕੀ ਦੇ ਵਿਖੇ ਉਹ ਪਾਣੀ ਵਿੱਚ ਬਹੁਤ ਵੱਡੀ ਤੜਥਲ ਮੱਚਦੀ, ਖੜਕਾ ਹੁੰਦਾ, ਆਵਾਜ਼ ਆਉਂਦੀ। ਤੇ ਅਹਿਲਕਾਰ ਦੇਖਦੇ ਨੇ ਪਾਣੀ ਵਿੱਚ ਆਵਾਜ਼ ਕਿੱਦਾਂ ਦੀ ਆਈ, ਇਉਂ ਪ੍ਰਤੀਤ ਹੁੰਦਾ ਜਿਵੇਂ ਕੋਈ ਕਿਲੇ ਦੇ ਵਿੱਚੋਂ ਡਿੱਗ ਪਿਆ ਹੁੰਦਾ ਵਿੱਚ। ਉਸ ਵੇਲੇ ਅਹਿਲਕਾਰ ਦੇਖਦੇ ਨੇ ਹੋਇਆ ਕੀ, ਆਵਾਜ਼ ਕਿਵੇਂ ਆਈ ਹੈ। ਸਾਰੇ ਦੇਖਦੇ ਪਏ, ਪੜਚੋਲ ਕੀਤੀ, ਕਦਾਚਿਤ ਵੀ ਸਮਝ ਨਹੀਂ ਆਉਂਦੀ ਆਵਾਜ਼ ਕਿਵੇਂ ਪਾਣੀ ਦੇ ਵਿੱਚ ਆਉਂਦੀ ਹੈ। ਉਸ ਵੇਲੇ ਵੱਡੇ ਵੱਡੇ ਅਹਿਲਕਾਰ ਸਾਰੇ ਉੱਠ ਕੇ ਦੇਖਦੇ ਨੇ, ਸਾਰਿਆਂ ਨੇ ਰਾਤ ਵੇਖੇ ਮਿਸਾਲਾਂ ਜਗਾਈਆਂ, ਦੇਖੋ ਕੌਣ ਹੈ। ਉਸ ਵੇਲੇ ਪੜਚੋਲ ਕਰਨ ਤੇ ਪਤਾ ਲੱਗਦਾ ਹੀ ਨਹੀਂ ਕੁਝ ਹੈ ਕੀ, ਕਾਰਨ ਕੀ, ਪਾਣੀ ਵਿੱਚ ਆਵਾਜ਼ ਕਿਉਂ ਆਈ। ਕੋਈ ਅਨੁਮਾਨ ਲਾਉਂਦਾ, ਕਹਿੰਦੇ ਪਾਣੀ ਵਿੱਚ ਕੋਈ ਵੱਡਾ ਜੀ ਜੰਤ ਹੋਣਾ ਪਾਣੀ ਦਾ, ਜਿਹਨੇ ਪਾਣੀ ਵਿੱਚ ਯਕਦਮ ਹਲਚਲ ਮਚਾ ਦਿੱਤੀ ਹੈ। ਕੋਈ ਕਹਿੰਦਾ ਕਿਲੇ ਦੀ ਪੁਰਾਣੀ ਕੋਈ ਕੰਧ ਹੋਵੇਗੀ, ਉਹ ਢਹਿ ਗਈ ਹੋਣੀ ਪਾਣੀ ਦੇ ਵਹਾਅ ਦੇ ਨਾਲ। ਕੋਈ ਕਹਿੰਦਾ ਕਿ ਇਸ ਪਾਣੀ ਦੇ ਵਿੱਚ
ਕਿਸੇ ਪ੍ਰਕਾਰ ਕੋਈ ਛਲ ਵੱਜੀ ਹੋਵੇਗੀ, ਉਹਦੇ ਕਰਕੇ ਪਾਣੀ ਦੀ ਆਵਾਜ਼ ਆਈ ਹੈ। ਇਦਾਂ ਆਪੋ ਆਪਣੀ ਮੱਤ ਅਨੁਸਾਰ ਅਨੁਮਾਨ ਲਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਭਾਈ ਵਿਧੀ ਚੰਦ ਇਹਨਾਂ ਘੋੜਿਆਂ ਨੂੰ ਲਿਜਾਣ ਵਾਸਤੇ ਵਿਉਂਤ ਪਏ ਬਣਾ ਰਹੇ ਨੇ। ਤੇ ਉਸ ਵੇਲੇ ਭਾਈ ਵਿਧੀ ਚੰਦ ਇੰਨਾ ਵਿਚਾਰ ਕਰਦਾ, ਦਿਨ ਦੇ ਵਿਖੇ ਸਾਰਾ ਦਿਨ ਘੋੜਿਆਂ ਦੇ ਕੋਲ ਰਹਿੰਦਾ, ਘਾਹ ਖੋਦ ਕੇ ਲਿਆਉਂਦਾ, ਵਧੀਆ ਕੰਮ ਕਾਜ ਕਰਦਾ। ਦੇਖਣ ਨੂੰ ਇਉਂ ਪ੍ਰਤੀਤ ਹੁੰਦਾ ਕਿ ਭਾਈ ਵਿਧੀ ਚੰਦ ਵਰਗਾ ਕੋਈ ਸੇਵਾਦਾਰ ਹੈ ਹੀ ਨਹੀਂ, ਇਉਂ ਲੱਗਦਾ। ਪਰ ਕਈ ਦਫਾ ਇਦਾਂ ਪ੍ਰਤੀਤ ਹੁੰਦਾ ਪਿਆਰੋ, ਜਿਹੜੀ ਸੰਸਾਰ ਦੇ ਵਿੱਚ ਵਿਚਾਰ ਦੇਖਣ ਨੂੰ ਪ੍ਰਾਪਤ ਹੁੰਦੀ ਉਹ ਅਸਲ ਦੇ ਵਿੱਚ ਹੁੰਦੀ ਨਹੀਂ, ਤੇ ਜਿਹੜੀ ਸਾਨੂੰ ਲੱਗਦੀ ਉਹ ਵਿਚਾਰ ਹੈ ਹੀ ਨਹੀਂ, ਜਿਹੜੀ ਵਿਚਾਰ ਦੇ ਪ੍ਰਤੀ ਅਸੀਂ ਦੇਖਦੇ ਕਿ ਇਹ ਗੱਲਬਾਤ ਦੇ ਚ ਹੈ ਹੀ ਨਹੀਂ, ਅਸਲ ਦੇ ਵਿੱਚ ਉਹ ਵਧੇਰੇ ਕਰਕੇ ਲਾਭਦਾਇਕ ਦਿਖਦੀ ਹੈ, ਪ੍ਰਾਪਤ ਹੁੰਦੀ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਵਿਧੀ ਚੰਦ ਵੱਲ ਵੇਖਦੇ ਨੇ ਲੋਕ, ਉਹ ਐਲਕਾਰ ਫੌਜ, ਕਹਿੰਦੇ ਵੀ ਬਹੁਤ ਵਧੀਆ, ਚੰਗਾ, ਵਧੀਆ, ਭੋਲਾ ਭਾਲਾ, ਸਿੱਧਾ ਜਿਹਾ ਮਨੁੱਖ ਹੈ। ਦਿਨ ਰਾਤ ਜਦੋਂ ਸੇਵਾ ਕਰਦਾ, ਘੋੜੇ ਪਹਿਲਾਂ ਨਾਲੋਂ ਬਹੁਤ ਰਾਜੀ ਹੋ ਗਏ। ਉਹਨਾਂ ਦਾ ਸਰੀਰ ਇਉਂ ਚਮਕਦਾ ਜਿਵੇਂ ਘੋੜਿਆਂ ਦੇ ਉੱਤੇ ਕੋਈ ਖਾਸ ਕੈਮੀਕਲ ਲਾਇਆ ਹੋਵੇ, ਇਦਾਂ ਪ੍ਰਤੀਤ ਹੁੰਦਾ। ਪਰ ਅਸਲ ਦੇ ਵਿੱਚੋਂ ਘੋੜਿਆਂ ਦੀ ਜਿਹੜੀ ਚਮਕ ਹੈ, ਰਾਜੀ ਖੁਸ਼ੀ ਹੋਣ ਦਾ, ਸਰੀਰ ਬਲਵਾਨ ਘੋੜੇ ਹੋਏ ਨੇ, ਉਹ ਵਿਧੀ ਚੰਦ ਦੀ ਸੇਵਾ ਕਰਕੇ ਹੋਏ ਨੇ। ਤੇ ਕਹਿੰਦੇ ਸ਼ਾਹਜਹਾਨ ਇੱਕ ਦਿਨ ਅਚਨਚੇਤ ਘੋੜਿਆਂ ਵੱਲ ਨਿਗਾਹ ਮਾਰਨ ਵਾਸਤੇ ਆਇਆ। ਕੀ ਦੇਖਦਾ? ਕਹਿੰਦੇ ਬਾਬਾ ਵਿਧੀ ਚੰਦ ਜੀ ਘੋੜਿਆਂ ਦੀ ਸੇਵਾ ਕਰਦੇ ਤਨ ਮਨ ਦੇ ਨਾਲ। ਤੇ ਸ਼ਾਹਜਹਾਨ ਆਇਆ ਉਤੋਂ ਦੀ, ਉਹਨੇ ਦੇਖਿਆ, ਕਹਿੰਦੇ ਘੋੜੇ ਰਾਜੀ ਖੁਸ਼ੀ ਆ, ਚਮਕ ਰਹੇ ਨੇ, ਅੱਗੇ ਨਾਲੋਂ ਰਾਜੀ ਨੇ, ਤੇ ਇੱਕ ਮਨੁੱਖ ਬੜੇ ਪਿਆਰ ਦੇ ਨਾਲ ਸੇਵਾ ਕਰਦਾ। ਉਹਨੇ ਸੌਂਦੇ ਖਾਨ ਨੂੰ ਪੁੱਛਿਆ, ਕਹਿੰਦੇ ਵੀ ਆਹ ਕੌਣ ਹੈ? ਨਵਾਂ ਹੀ ਨੌਕਰ ਰੱਖਿਆ ਲੱਗਦਾ, ਤੇ ਬੜੇ ਪਿਆਰ ਨਾਲ ਘੋੜਿਆਂ ਦੀ ਸੇਵਾ ਕਰਦਾ। ਘੋੜੇ ਅੱਗੇ ਨਾਲੋਂ ਰਾਜੀ ਵੀ ਕਾਫੀ, ਇਹਨਾਂ ਦਾ ਸਰੀਰ ਚਮਕ ਵੀ ਰਿਹਾ। ਤੇ ਸ਼ਾਹਜਹਾਨ ਬੜਾ ਖੁਸ਼ ਹੋਇਆ, ਕਹਿੰਦੇ ਭਲਾ ਮਨੁੱਖ ਲੱਗਦਾ। ਸੌਂਦੇ ਖਾਂ ਵੀ ਬੜਾ ਖੁਸ਼ ਹੋਇਆ, ਕਹਿੰਦੇ ਹਾਂਜੀ ਇਹ ਬਹੁਤ ਵਧੀਆ ਮਨੁੱਖ ਹੈ, ਸਿੱਧਾ ਜਿਹਾ ਮਨੁੱਖ ਹੈ, ਕਿਸੇ ਪ੍ਰਕਾਰ ਇਹਨੂੰ ਕੋਈ ਲਾਲਚ ਵੀ ਨਹੀਂ ਆ, ਬਸ ਇਹ ਕਹਿੰਦਾ ਮੈਨੂੰ ਸੇਵਾ ਕਰਨ ਦਿਓ ਘੋੜਿਆਂ ਦੀ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਉਸ ਵੇਲੇ ਸ਼ਾਹਜਹਾਨ ਨੇ ਖੁਸ਼ ਹੋ ਕੇ 1000 ਰੁਪਏ ਉਸ ਵਕਤ ਦਾ 1000 ਰੁਪਏ ਨੂੰ ਖੁਸ਼ ਹੋ ਕੇ ਇਨਾਮ ਦਿੱਤਾ। ਤੇ ਭਾਈ ਵਿਧੀ ਚੰਦ ਨੇ ਨਾਮ ਪਕੜ ਤੇ ਲਿਆ, ਬਾਅਦ ਵਿੱਚ ਸੌਂਦੇ ਖਾਨ ਨੂੰ ਇਨਾਮ ਦੇ ਦਿੱਤਾ। ਕਹਿੰਦੇ ਜੀ ਤੁਸੀਂ ਇਹ ਮਾਇਆ ਜੇ ਕੋਲੇ ਰੱਖ ਲਓ, ਜਦੋਂ ਲੋੜ ਹੋਵੇਗੀ ਮੈਂ ਪ੍ਰਾਪਤ ਕਰ ਲਵਾਂਗਾ। ਤੇ ਇਦਾਂ ਕਰਕੇ ਵਿਧੀ ਚੰਦ ਨੇ ਸੌਂਦੇ ਖਾਨ ਨੂੰ ਮਾਇਆ ਜਮ੍ਹਾਂ ਕਰਵਾ ਦਿੱਤੀ, 1000 ਰੁਪਈਆ। ਕਾਫੀ ਮਾਇਆ ਸੀ ਉਸ ਵਕਤ, 1000 ਰੁਪਈਆ। ਇਦਾਂ ਸੇਵਾ ਪਿਆ ਕਰਦਾ ਤੇ ਰੋਜ਼ਾਨਾ ਨਾਲ ਦੀ ਨਾਲ ਵਿਉਂਤ ਬਣਾਉਂਦਾ, ਇਵੇਂ ਕਰਕੇ ਘੋੜਿਆਂ ਨੂੰ ਲੈ ਕੇ ਜਾਵਾਂਗਾ। ਤੇ ਗੁਰੂ ਪਿਆਰਿਓ ਇੱਕ ਦਿਨ ਕੀ ਹੋਇਆ, ਸਾਰੇ ਜਾਣੇ ਵਿਧੀ ਚੰਦ ਨੂੰ ਮਖੌਲ ਕਰਨ ਲੱਗੇ। ਕਹਿੰਦੇ ਜੀ ਹੁਣ ਤੇ ਤੁਹਾਡੀ ਸ਼ਾਹਜਹਾਨ ਤੱਕ ਪਹੁੰਚ ਹੋ ਗਈ, ਤੁਹਾਡੇ ਤੇ ਅੱਲਾਹ ਤਾਲਾ ਦੀ ਮਿਹਰ ਹੋ ਗਈ, ਤੁਸੀਂ ਇਉਂ ਕਰੋ ਸਾਨੂੰ ਇਹਦੀ ਜਿਹੜੀ ਹੈ ਪਾਰਟੀ ਦਿਓ, ਸਾਨੂੰ ਖਾਣ ਪੀਣ ਨੂੰ ਕੁਝ ਦਿਓ, ਤੁਹਾਡੇ ਤੇ ਰੁਤਬਾ ਚੰਗਾ ਕਾਇਮ ਹੋ ਗਿਆ, ਤੁਸੀਂ ਆਪ ਜੇ ਮਹਾਨ ਹੋ ਗਏ ਹੋ। ਉਸ ਵੇਲੇ ਬਾਬਾ ਵਿਧੀ ਚੰਦ ਜੀ ਮਨ ਹੀ ਮਨ ਸਤਿਗੁਰ ਦਾ ਸ਼ੁਕਰਾਨਾ ਕਰਦਾ, ਤੇ ਸਤਿਗੁਰ ਦੀ ਕਿਰਪਾ, ਇਹਦੇ ਮੇਰੇ ਗੁਰੂ ਨਾਨਕ ਦੀ ਕਿਰਪਾ। ਉਸ ਵੇਲੇ ਇਦਾਂ ਬਾਬਾ ਵਿਧੀ ਚੰਦ ਜੀ ਸ਼ੁਕਰਾਨਾ ਪਏ ਕਰਦੇ ਨੇ ਮਨ ਹੀ ਮਨ। ਤੇ ਗੁਰੂ ਪਿਆਰਿਓ ਇਹਨਾਂ ਐਲਕਾਰਾਂ ਨੇ, ਫੌਜਦਾਰਾਂ ਨੇ ਬਾਬਾ ਵਿਧੀ ਚੰਦ ਨੂੰ ਕਿਹਾ ਤੁਸੀਂ ਸਾਨੂੰ ਕੋਈ ਦਾਵਤ ਦਿਓ, ਕੋਈ ਪਾਰਟੀ ਦਿਓ, ਤੁਹਾਡੇ ਐਡਾ ਰੁਤਬਾ ਕਾਇਮ ਹੋਇਆ। ਤੇ ਬਾਅਦ ਵਿੱਚ ਬਾਬਾ ਵਿਧੀ ਚੰਦ ਨੇ ਵਿਚਾਰ ਕੀਤੀ, ਸਮਾਂ ਆਉਣ ਦਿਓ ਤੁਹਾਨੂੰ ਪਾਰਟੀ ਵੀ ਦੇਵਾਂਗੇ। ਤੇ ਮਨ ਵਿੱਚ ਇਹ ਵਿਚਾਰ ਕਰਦੇ, ਕਹਿੰਦੇ ਇਹੋ ਜੀ ਪਾਰਟੀ, ਇਹੋ ਜੀ ਦਾਵਤ ਦੇਵਾਂਗੇ, ਯਾਦ ਰੱਖੋਗੇ, ਮਨ ਵਿੱਚ ਵਿਚਾਰ ਕਰਦੇ ਨੇ। ਤੇ ਬਾਅਦ ਵਿੱਚ ਹੌਲੀ ਹੌਲੀ ਕਹਿੰਦੇ ਜਿੱਥੇ ਇਹ ਘੋੜਿਆਂ ਦੀਆਂ ਕਾਠੀਆਂ ਪਈਆਂ ਸਨ, ਕਾਠੀਆਂ ਵੀ ਕੋਈ ਆਮ ਨਹੀਂ ਸਨ, ਉਹ ਸੋਨੇ ਦੀਆਂ ਕਾਠੀਆਂ
ਉੱਤੇ ਕਹਿੰਦੇ ਹੀਰੇ ਜੜਦ ਸਨ ਉਹ ਘੋੜਿਆਂ ਦੀਆਂ ਕਾਠੀਆਂ, ਜਿਨ੍ਹਾਂ ਦੇ ਵਿੱਚ ਰਕਾਬ ਸਾਰਾ ਜਿਹੜਾ ਉਹਨਾਂ ਦੀਆਂ ਜੰਜੀਰਾਂ ਜਾਂ ਉੱਤੇ ਬਹਿਣ ਦੀ ਵਿਚਾਰ ਸਾਰੀ ਉਹ ਕਾਠੀਆਂ ਦੇ ਸਮੇਤ ਸੀ। ਤੇ ਗੁਰੂ ਪਿਆਰਿਓ, ਉਸ ਵੇਲੇ ਕਾਠੀ ਤੋਂ ਬਿਨਾਂ ਭਾਈ ਵਿਧੀ ਚੰਦ ਜੀ ਸਵਾਰੀ ਨਹੀਂ ਸੀ ਕਰ ਸਕਦੇ, ਘੋੜੇ ਦੀ ਵਾਂਗ ਨਹੀਂ ਸੀ ਪਕੜ ਸਕਦੇ। ਤੇ ਜਿੰਨਾ ਚਿਰ ਘੋੜਿਆਂ ਦੀ ਵਾਂਗ ਭਾਈ ਵਿਧੀ ਚੰਦ ਦੇ ਹੱਥ ਵਿੱਚ ਨਹੀਂ ਸੀ, ਉਹਨਾਂ ਚਿਰ ਘੋੜੇ ਨੂੰ ਕੰਧ ਕਿਵੇਂ ਟਪਾ ਸਕਦੇ, ਕਿਵੇਂ ਸਵਾਰੀ ਕਰ ਸਕਦੇ। ਟਪਾ ਕੇ ਕੰਧ ਦੂਜੇ ਪਾਸੇ ਦਰਿਆ ਵਿੱਚ ਘੋੜੇ ਨੂੰ ਆਪਣੇ ਆਪ ਨੂੰ ਕਿਵੇਂ ਸੰਭਾਲ ਸਕਦੇ ਸਨ, ਭਾਵ ਨਹੀਂ। ਉਸ ਵੇਲੇ ਭਾਈ ਵਿਧੀ ਚੰਦ ਨੇ ਵਿਚਾਰ ਕੀਤੀ, ਉਸ ਮਨੁੱਖ ਨੂੰ ਵੀ ਮਿਲਣਾ ਕੀਤਾ, ਆਪਣੇ ਵੱਸ ਵਿੱਚ ਕੀਤਾ, ਜਿਹਦੇ ਕੋਲ ਕਾਠੀਆਂ ਰੱਖੀਆਂ ਹੋਈਆਂ ਨੇ ਇੱਕ ਕਮਰੇ ਵਿੱਚ, ਤੇ ਕਮਰੇ ਨੂੰ ਤਾਲਾ ਲਾਇਆ, ਜਿੰਦਾ ਲਾਇਆ ਗਿਆ ਏ, ਤੇ ਉਹਦੀਆਂ ਚਾਬੀਆਂ ਮਨੁੱਖ ਦੇ ਕੋਲ ਹੈ, ਐਲਕਾਰ ਕੋਲ ਹੈ। ਉਹਨੂੰ ਵੀ ਬੱਸ ਵਿੱਚ ਕੀਤਾ, ਉਹਦੇ ਕੋਲ ਮਿੱਠੀਆਂ ਵਿਚਾਰਾਂ ਕੀਤੀਆਂ, ਕਿਵੇਂ ਕਿਵੇਂ ਕਾਠੀਆਂ ਪਈਆਂ ਨੇ, ਕਿਹੜੇ ਕਿਹੜੇ ਘੋੜੇ ਦੀ ਹੈ, ਕਿਹੜੀ ਕਾਠੀ ਹੈ, ਕਿੰਨੇ ਮੁੱਲ ਦੀ ਹੈ, ਕਿੰਨੀ ਕੀਮਤੀ, ਸਾਰੀ ਵਿਚਾਰ, ਸਾਰਾ ਭੇਤ, ਸਾਰੀਆਂ ਗੱਲਾਂ ਬਾਤਾਂ ਭਾਈ ਵਿਧੀ ਚੰਦ ਨੇ ਭੋਲੇ ਦੇ ਬਣ ਕੇ ਪ੍ਰਾਪਤ ਕਰ ਲਈਆਂ। ਉਸ ਵੇਲੇ ਇੱਕ ਦਿਨ ਸਮਾਂ ਆਇਆ, ਬਾਬਾ ਵਿਧੀ ਚੰਦ ਨੇ ਵਿਚਾਰ ਕੀਤੀ, ਲੈ ਹੁਣ ਸਮਾਂ ਨਜ਼ਦੀਕ ਆ ਗਿਆ, ਪਹਿਲਾ ਘੋੜਾ ਸਤਿਗੁਰ ਜੀ ਵੱਲ ਲਿਜਾਣ ਦੀ ਵਿਚਾਰ ਬਣਾਈ। ਭਾਈ ਵਿਧੀ ਚੰਦ ਨੇ ਸੌਂਦੇ ਖਾਂ ਨੂੰ ਆਖਿਆ, ਜੀ ਉਹ ਜਿੰਨੀ ਮਾਇਆ ਤੁਹਾਡੇ ਕੋਲ ਮੈਨੂੰ ਦੇ ਦਿਓ, ਮੈਂ ਤੁਹਾਡੇ ਫੌਜਦਾਰਾਂ ਨੂੰ, ਅਹਿਲਕਾਰਾਂ ਨੂੰ ਕਹਿੰਦੇ ਦਾਵਤ ਦੇਣਾ ਚਾਹੁੰਦਾ, ਪਾਰਟੀ ਦੇਣਾ ਚਾਹੁੰਦਾ। ਇਹ ਦਾਵਤ ਮੰਗਦੇ ਨੇ ਮੈਥੋਂ, ਕੀ ਮੰਗਦੇ? ਕਹਿੰਦੇ ਸ਼ਰਾਬ ਮੰਗਦੇ ਮੈਥੋਂ। ਉਸ ਵੇਲੇ ਭਾਈ ਵਿਧੀ ਚੰਦ ਨੇ ਉਹਨਾਂ ਮਾਇਆ ਦੀ, ਉਹਨਾਂ ਪੈਸਿਆਂ ਦੀ ਕਾਫੀ ਹੱਦ ਤੱਕ ਵੱਡੇ ਪੱਧਰ ਦੇ ਕਹਿੰਦੇ ਸ਼ਰਾਬ ਖਰੀਦੀ ਹੈ, ਤੇ ਉਹਨਾਂ ਅਹਿਲਕਾਰਾਂ ਨੂੰ, ਚੌਕੀਦਾਰਾਂ ਨੂੰ, ਜਿੰਨੇ ਵੀ ਉੱਥੋਂ ਦੇ ਛਪਾਈ ਸਨ, ਸਾਰਿਆਂ ਨੂੰ ਪਿਆ ਦਿੱਤੀ। ਉਹ ਦਾਵਤ ਦੇ ਮਾਰਿਆਂ ਨੇ, ਫਰੀਦ ਹੀ ਸਮਝਦਿਆਂ ਨੇ ਇੰਨੀ ਪੀ ਲੈਣਾ ਕੀਤੀ, ਆਪਸ ਦੇ ਵਿੱਚ ਉਹਨਾਂ ਨੂੰ ਸ਼ੁੱਧ ਬੁੱਧ ਨਾ ਰਹੀ, ਆਪਸ ਦੇ ਵਿੱਚ ਉਹਨਾਂ ਨੂੰ ਆਪਣੇ ਸਰੀਰ ਦੀ ਵਿਚਾਰ ਨਾ ਰਹੀ, ਕੌਣ ਕਿੱਥੇ ਪਿਆ, ਕਿਵੇਂ ਪਿਆ। ਰਾਤ ਦਾ ਟਾਈਮ ਹੋ ਗਿਆ ਤੇ ਭਾਈ ਵਿਧੀ ਚੰਦ ਜੀ ਇਕੱਲੇ ਉਸ ਵਕਤ ਏਦਾਂ ਸੂਫੀ ਸਨ, ਬਾਕੀ ਸਾਰਿਆਂ ਨੇ ਉਹ ਜਿਹੜੇ ਸ਼ਰਾਬ ਦੇ ਮੱਟ ਭਰ ਭਰ ਕੇ ਪੀਤੇ ਨੇ, ਤੇ ਸਾਰੇ ਹੀ ਕਹਿੰਦੇ ਨਸ਼ੇ ਦੇ ਵਿੱਚ ਟੁੰਨ ਹੋ ਕੇ ਇਹੋ ਜਿਹੇ ਬੇਸੁਰਤ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿੱਥੇ ਆ ਕਿੱਥੇ ਨਹੀਂ, ਬੇਹੋਸ਼ ਹੋਣ ਦੀ ਵਿਚਾਰ ਦੇ ਵਿੱਚ ਹੋ ਗਏ। ਤੇ ਬਾਬਾ ਵਿਧੀ ਚੰਦ ਜੀ ਨੇ ਉਸ ਮਨੁੱਖ ਨੂੰ ਵੀ ਪਿਆ ਦਿੱਤੀ, ਜਿਹਦੇ ਕੋਲ ਉਸ ਕਾਠੀਆਂ ਵਾਲੇ ਕਮਰੇ ਦੀ ਚਾਬੀ ਹੈ, ਜਿਹਦੇ ਕੋਲ। ਉਹ ਜਦੋਂ ਸਾਰੀ ਬੇਸੁਰਤ ਹੋ ਗਏ, ਅੱਧੀ ਰਾਤ ਹੋ ਗਈ, ਤੇ ਬਾਬਾ ਵਿਧੀ ਚੰਦ ਜੀ ਨੇ ਉਸ ਮਨੁੱਖ ਤੋਂ ਚਾਬੀਆਂ ਖੋਹੀਆਂ ਜਿੱਥੇ ਕਾਠੀਆਂ ਪਈਆਂ ਨੇ। ਇੱਕ ਕਾਠੀ ਕੱਢੀ ਹੈ ਸੋਨੇ ਜੜਤ ਹੀਰੇ, ਸੋਨੇ ਦੀ ਕਾਠੀ ਹੀਰੇ ਜੜਤ, ਤੇ ਗੁਰੂ ਪਿਆਰਿਓ ਗੁਲਬਾਗ ਘੋੜੇ ਦੇ ਉੱਤੇ ਪਹਿਨ ਦਿੱਤੀ, ਪਾ ਦਿੱਤੀ। ਭਾਈ ਵਿਧੀ ਚੰਦ ਨੇ ਗੁਲਬਾਗ ਘੋੜੇ ਨੂੰ ਮਹਿਲ ਦੇ ਵਿੱਚ ਪਹਿਲਾਂ ਘੁਮਾਇਆ, ਕਿਤੇ ਇੱਧਰ ਕਿਤੇ ਉੱਧਰ ਦੇਖਦੇ ਨੇ, ਰੁਕ ਕਿੱਥੋਂ ਦੀ ਟਪਾਈਏ ਕੰਧ। ਉਸ ਵੇਲੇ ਘੋੜੇ ਦੇ ਉੱਤੇ ਕਾਠੀ ਪਾ ਕੇ ਸਵਾਰੀ ਕੀਤੀ, ਘੋੜੇ ਨੂੰ ਮਹਿਲ ਦੇ ਵਿੱਚ ਘੁਮਾ ਕੇ ਦੇਖਦੇ, ਕਿੱਧਰ ਦੀ ਦੇਖੀਏ, ਕਿੱਥੋਂ ਦੀ ਛਾਲ ਮਰਾਈਏ, ਘੋੜੇ ਦੀ ਕਿਲੇ ਦੀ ਕੰਧ ਟਪਾਈਏ। ਕਿਲੇ ਦੀ ਕੰਧ ਵੀ ਬਹੁਤ ਵੱਡੀ ਸੀ, ਤੇ ਭਾਈ ਵਿਧੀ ਚੰਦ ਨੇ ਵਿਚਾਰ ਕੀਤੀ। ਉਸ ਵੇਲੇ ਵੱਡੇ ਕਿਲੇ ਤੋਂ ਦੂਰੋਂ ਭਜਾ ਕੇ ਭਾਈ ਵਿਧੀ ਚੰਦ ਨੇ ਉਹ ਘੋੜੇ ਨੂੰ ਕਦਵਾਉਣ ਦੀ ਵਿਚਾਰ ਕੀਤੀ। ਕਹਿੰਦੇ ਇੱਧਰ ਦੀ ਟਪਾ ਕੇ ਘੋੜੇ ਨੂੰ ਕੁਦਵਾ ਕੇ ਇਸ ਘੋੜੇ ਨੂੰ ਸਤਿਗੁਰੂ ਜੀ ਦੇ ਕੋਲ ਲੈ ਕੇ ਜਾਵਾਂਗਾ। ਤੇ ਗੁਰੂ ਪਿਆਰਿਓ ਉਸ ਵੇਲੇ ਸ਼ਰਾਬ ਪੀ ਕੇ ਸਾਰੇ ਮਸਤ ਹੋ ਗਏ ਨੇ, ਇੰਨੇ ਮਸਤ ਹੋ ਗਏ ਸੁੱਧ ਬੁੱਧ ਕੋਈ ਨਹੀਂ ਰਹੀ। ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੈ। ਬਾਬਾ ਵਿਧੀ ਚੰਦ ਜੀ ਬੜੇ ਖੁਸ਼ ਹੋਏ ਨੇ,
ਅੱਜ ਸਤਿਗੁਰ ਜੀ ਪਹਿਲੀ ਸੇਵਾ ਮੈਥੋਂ ਪ੍ਰਵਾਨ ਕਰ ਰਹੇ ਨੇ। ਪਹਿਲਾ ਘੋੜਾ ਗੁਲਬਾਗ ਘੋੜਾ ਲਿਜਾਣ ਦੀ ਸਤਿਗੁਰ ਜੀ ਮੇਰੇ ਦੇ ਵਿੱਚ ਤਾਕਤ ਪਾ ਰਹੇ ਨੇ, ਮੈਨੂੰ ਸੇਵਾ ਸੌਂਪ ਰਹੇ ਨੇ। ਤੇ ਬਾਬਾ ਬਿਧੀ ਚੰਦ ਜੀ ਘੋੜੇ ਨੂੰ ਐਲਕਾਰਾਂ ਨੂੰ ਉਸ ਵੇਲੇ ਬੇਸੁਰਤ ਕਰਕੇ ਘੋੜੇ ਨੂੰ ਘੁਮਾ ਰਹੇ ਨੇ। ਉਸ ਕਿਲੇ ਦੇ ਵਿੱਚ ਦੇਖਦੇ ਆ ਅਸਥਾਨ ਕਿੱਥੋਂ ਦੀ ਕੁਦਵਾਈਏ, ਕਿਉਂਕਿ ਦੂਜੇ ਪਾਸੇ ਘੋੜੇ ਨੇ ਕੁੱਦ ਕੇ ਆਪਣੇ ਆਪ ਨੂੰ ਸੰਭਾਲਣਾ ਤੇ ਬਿਧੀ ਚੰਦ ਨੂੰ ਵੀ ਚੋਟ ਨਹੀਂ ਲੱਗਣ ਦੇਣੀ। ਇਦਾਂ ਦਾ ਘੋੜਾ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਉਸ ਵੇਲੇ ਬਾਬਾ ਬਿਧੀ ਚੰਦ ਨੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਅਰਦਾਸ ਬੇਨਤੀ ਕੀਤੀ। ਪੰਜਾਂ ਗੁਰੂ ਸਾਹਿਬਾਂ ਤੱਕ ਅਰਦਾਸ ਬੇਨਤੀ ਕੀਤੀ, ਸਤਿਗੁਰ ਜੀ ਹੁਣ ਤੁਸੀਂ ਰਾਖੇ ਹੋ, ਆਪ ਜੀ ਕਿਰਪਾ ਕਰਿਓ, ਮਿਹਰ ਦੀ ਨਜ਼ਰ ਕਰਿਓ, ਸਿਰ ਤੇ ਬਖਸ਼ਿਸ਼ ਰਹਿਮਤ ਵਰਤਾਇਓ। ਆ ਪਹਿਲੀ ਸੇਵਾ ਆਪ ਦੇ ਹੁਕਮ ਦੇ ਨਾਲ ਕਰਨ ਜਾ ਰਹੇ ਹਾਂ। ਅਰਦਾਸ ਬੇਨਤੀ ਕਰਕੇ ਘੋੜੇ ਦੀ ਬਾਂਗ ਖਿੱਚੀ, ਦੂਰੋਂ ਭਜਾ ਕੇ ਘੋੜਾ ਕੰਧ ਤੋਂ ਟਪਾ ਕੇ ਦੂਜੇ ਪਾਸੇ ਜਿੱਧਰ ਪਾਣੀ ਵਿੱਚ ਕਹਿੰਦੇ ਭਾਈ ਬਿਧੀ ਚੰਦ ਜੀ ਪੱਥਰ ਸੁੱਟ ਦਿੰਦੇ ਸਨ ਰੋਜ਼ਾਨਾ, ਉਹ ਥੋੜਾ ਜਿਹਾ ਪਾਣੀ ਦਾ ਜਿਹੜਾ ਲੈਵਲ ਡੂੰਘਾਈ ਦਾ ਉਹ ਘਟ ਗਿਆ ਸੀ। ਤੇ ਉਸ ਵਾਲੇ ਪਾਸੇ ਭਾਈ ਬਿਧੀ ਚੰਦ ਨੇ ਘੋੜੇ ਨੂੰ ਕੁਦਵਾ ਦਿੱਤਾ ਕੰਧ ਤੋਂ, ਤੇ ਦੂਜੇ ਪਾਸੇ ਪੱਥਰਾਂ ਦੇ ਉੱਤੇ ਜਾ ਕੇ ਘੋੜਾ ਜਿਉਂ ਹੀ ਛਾਲ ਮਾਰ ਕੇ ਪਾਣੀ ਦੇ ਵਿੱਚ ਡਿੱਗਿਆ। ਤੇ ਪਾਣੀ ਵਿੱਚ ਡਿੱਗਣ ਦੇ ਨਾਲ ਥੋੜਾ ਜਿਹਾ ਪੱਥਰਾਂ ਦੇ ਉੱਤੇ ਡਿੱਗਣ ਦੀ ਜਿਹੜੀ ਵਿਚਾਰ ਸੀ, ਸੱਟ ਵੱਜਣ ਦੀ, ਉਹ ਘੱਟ ਸੰਕੇਤ ਹੋਏ ਨੇ। ਸੱਟ ਵੱਜਣ ਦੀ ਜਿਹੜੀ ਵਜ੍ਹਾ ਉਹ ਘਟ ਗਈ ਤੇ ਹੌਲੀ ਦੇਣੇ ਕਹਿੰਦੇ ਜਾ ਕੇ ਦੂਜੇ ਪਾਸੇ ਪਾਣੀ ਵਿੱਚ ਡਿੱਗੇ। ਤੇ ਬਾਬਾ ਬਿਧੀ ਚੰਦ ਜੀ ਜਦੋਂ ਘੋੜੇ ਸਮੇਤ ਪਾਣੀ ਵਿੱਚ ਰਾਵੀ ਦਰਿਆ ਵਿੱਚ ਡਿੱਗੇ, ਉਸ ਵੇਲੇ ਬੜੀ ਆਵਾਜ਼ ਆਈ, ਖੜਕਾ ਹੋਇਆ ਤੇ ਸਾਰੇ ਜਿੰਨੇ ਬਾਕੀ ਸੂਫੀ ਅਹਿਲਕਾਰ ਸਨ ਉਹਨਾਂ ਨੇ ਰੌਲਾ ਮਚਾ ਦਿੱਤਾ ਕਿ ਕੋਈ ਬਹੁਤ ਵੱਡਾ ਅੱਜ ਦੇ ਕਾਂਡ ਹੋਇਆ ਹੈ, ਬਹੁਤ ਵੱਡੀ ਇਦਾਂ ਦੀ ਵਿਚਾਰ ਹੋਈ ਹੈ ਕਿ ਸ਼ਾਹਜਹਾਨ ਦੇ ਰਾਜ ਭਾਗ ਦੇ ਵਿੱਚ ਬਹੁਤ ਵੱਡਾ ਘਾਟਾ ਪੈਣ ਜਾ ਰਿਹਾ। ਦੇਖੋ ਪੜਚੋਲ ਕਰੋ ਕੀ ਹੋਇਆ। ਹਾਹਾਕਾਰ ਮਚ ਗਈ। ਕੁਝ ਜਿਹੜੇ ਅਹਿਲਕਾਰ ਸਨ, ਸੂਫੀ ਸਨ, ਉਹਨਾਂ ਨੇ ਵੇਖਣਾ ਕੀਤਾ, ਮਿਸਾਲਾਂ ਜਗਾਈਆਂ। ਬਾਕੀ ਬਹੁਤੀ ਹੱਦ ਤੱਕ ਜਿਹੜੇ ਅਹਿਲਕਾਰ ਸਨ ਉਹ ਬੇਸੁਰਤ ਹੋ ਕੇ ਪਏ ਨੇ, ਜਿਨ੍ਹਾਂ ਨੂੰ ਸ਼ਰਾਬ ਪਿਆ ਦਿੱਤੀ ਗਈ ਦਾਵਤ ਦੇ ਰੂਪ ਦੇ ਵਿੱਚ, ਜਿਨ੍ਹਾਂ ਨੂੰ ਉਸ ਵੇਲੇ ਬੇਸੁਰਤ ਕਰਕੇ ਬਾਬਾ ਬਿਧੀ ਚੰਦ ਜੀ ਪਾ ਗਏ ਸਨ, ਲਟਾ ਗਏ ਸਨ। ਤੇ ਉਸ ਵੇਲੇ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ, ਦੂਜੇ ਪਾਸੇ ਘੋੜਾ ਪਾਣੀ ਵਿੱਚ ਕੁੱਦਿਆ, ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਬਾਬਾ ਬਿਧੀ ਚੰਦ ਨੇ ਆਪਣੇ ਆਪ ਨੂੰ ਸੰਭਾਲਿਆ। ਪਾਣੀ ਵਿੱਚੋਂ ਨਿਕਲ ਕੇ ਇੱਧਰ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ, ਬਾਬਾ ਬਿਧੀ ਚੰਦ ਜੀ ਭਾਈ ਰੂਪੇ ਨਗਰ ਵੱਲ ਲਾਹੌਰ ਤੋਂ ਰੁਖ ਕਰਨ ਲੱਗੇ ਨੇ। ਤੇ ਮਨ ਦੇ ਵਿੱਚ ਬੜੇ ਖੁਸ਼ ਹੈ। ਇਹ ਵੀ ਅਰਦਾਸ ਬੇਨਤੀ ਕਰਦੇ, ਸਤਿਗੁਰੂ ਜੀ ਆਪ ਜੀ ਉਹਦਾ ਕੋਟਾਨ ਕੋਟ 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 ਧੰਨਵਾਦ ਹੈ ਜਿਨ੍ਹਾਂ ਨੇ ਆ ਸੇਵਾ ਦੇ ਵਿੱਚ ਬਖਸ਼ਿਸ਼ ਰਹਿਮਤ ਕੀਤੀ ਹੈ। ਆਪਣੇ ਹੱਥੀਂ ਸੇਵਾ ਮੇਰੇ ਜਰੀਏ ਸਤਿਗੁਰੂ ਜੀ ਆਪ ਜੀ ਨੇ ਪ੍ਰਾਪਤ ਕਰ ਲਈ, ਬਖਸ਼ਿਸ਼ ਕਰ ਲਈ ਹੈ। ਇਦਾਂ ਬੇਨਤੀਆਂ ਪਏ ਕਰਦੇ ਨੇ, ਸਤਿਗੁਰੂ ਦੀ ਕਿਰਪਾ ਰਹਿਮਤ ਹੋਈ। ਇਦਾਂ ਇਹ ਪਹਿਲਾ ਘੋੜਾ ਗੁਲਬਾਗ ਘੋੜਾ ਪਾਣੀ ਵਿੱਚ ਦੀ ਕੁਦਵਾ ਕੇ ਰਾਵੀ ਦਰਿਆ ਵਿੱਚ ਦੀ ਬਾਬਾ ਬਿਧੀ ਚੰਦ ਜੀ ਸਤਿਗੁਰ ਦੇ ਸਨਮੁਖ ਲਿਜਾ ਰਹੇ ਨੇ। ਰਾਸਤੇ ਵਿੱਚ ਉਸ ਵੇਲੇ ਅੱਧੀ ਰਾਤ ਤੋਂ ਕਾਫੀ ਦੂਰ ਤੱਕ ਲਾਹੌਰ ਦੀ ਧਰਤੀ ਤੋਂ ਚਲੇ ਗਏ ਸਨ ਬਾਬਾ ਬਿਧੀ ਚੰਦ ਜੀ। ਦਿਨ ਚੜਿਆ, ਹੌਲੀ ਹੌਲੀ ਪੜਾਓ ਕਰਦੇ ਕਰਦੇ ਬਾਬਾ ਬਿਧੀ ਚੰਦ ਜੀ ਭਾਈ ਰੂਪੇ ਨਗਰ ਦੇ ਨਜ਼ਦੀਕ ਪਹੁੰਚਣ ਲੱਗੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋਈ ਹੈ। ਇਦਾਂ ਕਰਕੇ ਪਹਿਲਾ ਘੋੜਾ ਬਾਬਾ ਬਿਧੀ ਚੰਦ ਜੀ ਦਿਲਬਾਗ ਗੁਲਬਾਗ ਘੋੜਿਆਂ ਵਿੱਚੋਂ ਪਹਿਲਾ ਘੋੜਾ ਇੱਕ ਗੁਲਬਾਗ ਘੋੜਾ ਘਾਈਆ ਬਣ ਕੇ ਨਿਮਰਤਾ ਸਹਿਤ ਸੇਵਾ ਕਰਦਾ ਨੌਕਰ ਬਣ ਕੇ ਇਹ ਪਹਿਲਾ ਘੋੜਾ ਲੈ ਗਏ। ਸਤਿਗੁਰ ਦੀ ਕਿਰਪਾ ਹੋ ਗਈ ਹੈ, ਪਹਿਲੀ ਸੇਵਾ ਪ੍ਰਾਪਤ ਕਰ ਲਈ, ਪ੍ਰਵਾਨ ਹੋ ਗਈ, ਪ੍ਰਸੰਨ ਹੋ ਗਈ, ਗੁਰੂ ਦਰ ਤੇ ਪ੍ਰਵਾਨ ਹੋ ਗਈ ਹੈ, ਸੰਪੰਨ ਹੋ ਗਈ ਪਹਿਲੀ ਸੇਵਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ।
ਇਦਾਂ ਕਰਕੇ ਪਹਿਲਾ ਘੋੜਾ ਬਾਬਾ ਵਿਧੀ ਚੰਦ ਜੀ ਲੈ ਕੇ ਗਏ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀ, ਸਮਾਂ ਜੋ ਸਮਾਪਤ ਹੋਇਆ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਬਾਬਾ ਵਿਧੀ ਚੰਦ ਜੀ ਕਿਵੇਂ ਭਾਈ ਰੂਪੇ ਨਗਰ ਵਿਖੇ ਪਹੁੰਚਦੇ ਆ। ਸਤਿਗੁਰ ਜੀ ਭਾਈ ਰੂਪੇ ਵਿਖੇ ਬਾਬਾ ਵਿਧੀ ਚੰਦ ਜੀ ਦਾ ਸਿੱਖਾਂ ਸਮੇਤ ਕਿਵੇਂ ਜੀ ਆਇਆ ਭਗਤ ਕਰਦੇ ਆ। ਕਿਵੇਂ ਕਰਕੇ ਸਤਿਗੁਰ ਦੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਬਾਬਾ ਵਿਧੀ ਚੰਦ ਤੇ। ਔਰ ਦੂਜਾ ਘੋੜਾ ਬਾਬਾ ਵਿਧੀ ਚੰਦ ਜੀ ਕਿਵੇਂ ਲੈ ਕੇ ਜਾਂਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।